Hello everyone, I am Manisha Thakur, lecturer maths, Government Senior Secondary School Town Hall Amritsar। ਅੱਜ ਆਪਾਂ ਜਿਹੜਾ ਟੌਪਿਕ ਕਰਨ ਜਾ ਰਹੇ ਹਾਂ ਉਹ ਹੈ ਪਲੱਸ 2 ਦਾ ਟੌਪਿਕ ਮੈਟ੍ਰਿਸਸ। ਨਾਓ ਵਾਟ ਇਜ਼ ਮੈਟ੍ਰਿਕਸ? ਵਾਟ ਇਜ਼ ਮੈਟ੍ਰਿਕਸ ਮੀਨਸ ਕਿ ਅਗਰ ਮੰਨ ਲਓ ਸਾਡੇ ਕੋਲ ਦੋ ਬੱਚੇ ਹੈ, ਕੋਈ ਆਦਿਤਯ ਜਾਂ ਕਾਰਤਿਕ, ਉਹਨਾਂ ਨੇ ਫਿਜ਼ਿਕਸ 'ਚ ਨੰਬਰ ਲਏ ਆ ਤੇ ਮੈਥਸ 'ਚ ਨੰਬਰ ਲਏ ਆ। ਫਿਜ਼ਿਕਸ 'ਚ ਉਹਦੇ ਟੈਸਟ 'ਚ ਨੰਬਰ ਆਏ 25 ਆਦਿਤਯ ਦੇ, ਤੇ ਮੈਥਸ 'ਚ ਆਏ 30, ਤੇ ਕਾਰਤਿਕ ਦੇ ਫਿਜ਼ਿਕਸ 'ਚ 20 ਆਏ ਤੇ ਉਹਦੇ ਆਏ 25, ਮੈਥਸ 'ਚ 25 ਆਏ। ਸੋ ਅਗਰ ਇਸ ਅਰੇਂਜਮੈਂਟ ਨੂੰ, ਇਸ ਡਾਟੇ ਨੂੰ ਅਗਰ ਆਪਾਂ ਇਸ ਫਾਰਮ 'ਚ ਲਿਖ ਦਈਏ, ਇੱਕ ਬ੍ਰੈਕਟ 'ਚ ਪਾ ਦਈਏ, ਰੈਕਟੈਂਗੂਲਰ ਬ੍ਰੈਕਟ 'ਚ ਫਿਕਸ ਕਰ ਦਈਏ, ਤੇ ਉਹਨੂੰ ਅਸੀਂ ਨਾਮ ਦੇ ਦਿੰਦੇ ਆ ਮੈਟ੍ਰਿਕਸ। ਸੋ ਸਿੰਪਲੀ ਮੈਟ੍ਰਿਕਸ ਇਜ਼ ਸਿੰਪਲੀ it is an arrangement of various data। ਸੋ ਆਪਾਂ ਇੱਕ ਰੈਕਟੈਂਗੂਲਰ ਬਾਕਸ ਲੈਣੇ ਆ, ਉਹਦੇ ਵਿੱਚ ਕੁਝ ਵੀ ਟਰਮਸ ਲਿਖ ਦਿੰਨੇ ਆ, ਕੋਈ ਵੀ ਡਾਟਾ ਜਿਹੜਾ ਸਾਡੇ ਕੋਲ ਆਂਦਾ ਅਸੀਂ ਉਹਨੂੰ ਅਰੇਂਜ ਕਰ ਦਿੰਨੇ ਆ, ਰੈਕਟੈਂਗੂਲਰ ਬਾਕਸ 'ਚ ਬੰਦ ਕਰ ਦਈਏ, ਤੇ ਉਹਨੂੰ ਅਸੀਂ ਕਹਿ ਦਿੰਨੇ ਆ ਕਿ ਇਟ ਇਜ਼ ਅ ਮੈਟ੍ਰਿਕਸ। ਹੁਣ ਮੈਟ੍ਰਿਕਸ ਜਿਹੜਾ ਇਹ ਰੈਕਟੈਂਗੂਲਰ ਬਾਕਸ ਹੈ, ਇਸ ਰੈਕਟੈਂਗੂਲਰ ਬਾਕਸ 'ਚ ਜਿਹੜੇ ਅਸੀਂ ਅਕਸ਼ਰ ਲਿਖੇ, ਐਲੀਮੈਂਟਸ ਲਿਖੇ, ਇਹਨਾਂ ਸਾਰਿਆਂ ਨੂੰ ਅਸੀਂ ਕਹਿੰਦੇ ਆ ਐਲੀਮੈਂਟਸ। ਇਸ ਤਰ੍ਹਾਂ ਹੀ ਅਗਰ ਹੋਰ ਇੱਕ ਇਹੀ ਮੈਟ੍ਰਿਕਸ ਹੈ, ਇਹਦੇ 'ਚ ਪਹਿਲੀ ਇਸ ਤਰ੍ਹਾਂ, ਇਹ ਦੂਸਰੀ, ਇਹਨਾਂ ਨੂੰ ਅਸੀਂ ਕਹਿ ਦਿੰਦੇ ਆ ਰੋਜ਼, ਰੋ 1 ਰੋ 2। ਅਗਰ ਮੈਂ ਵਰਟੀਕਲੀ ਲਵਾਂ ਤੇ ਫਿਰ ਇਹ ਕਾਲਮਸ ਕਹਿੰਦੇ ਆ ਅਸੀਂ ਇਹਨਾਂ ਨੂੰ, ਕਾਲਮ 1 ਕਾਲਮ 2 ਐਂਡ ਕਾਲਮ 3। ਸੋ 3 ਕਾਲਮ ਹੋ ਗਏ ਤੇ 2 ਰੋਜ਼ ਹੋ ਗਈ। ਇਸ ਤਰ੍ਹਾਂ ਹੀ ਕੋਈ ਹੋਰ ਮੈਟ੍ਰਿਕਸ ਹੈ 3 4 5 6 2 1। ਸੋ ਇਹਦੇ 'ਚ ਸਾਡੇ ਕੋਲ ਕਿੰਨੀਆਂ ਰੋਜ਼ ਹੋ ਗਈਆਂ? 1 2 3। ਸੋ R1 R2 R3, 3 ਰੋਜ਼। ਅਗਰ ਵਰਟੀਕਲੀ ਲਈਏ ਤੇ 2 ਕਾਲਮ C1 C2। ਸੋ ਇਹ ਸਾਡੇ ਕੋਲ ਬੇਸਿਕ ਜਿਹੜੀ ਹੈ ਮੈਟ੍ਰਿਕਸ ਬਣ ਗਈ। ਇਹਦੇ 'ਚ 3 ਰੋਜ਼ ਹੋ ਗਈਆਂ, 2 ਕਾਲਮਸ ਹੋ ਗਏ। ਸੋ ਮੈਟ੍ਰਿਕਸ ਦੇ ਇੱਕ ਸੈਕਿੰਡ ਗੱਲ, ਮੈਟ੍ਰਿਕਸ ਦੀ ਅਸੀਂ ਜਦੋਂ ਨੇਮਿੰਗ ਕਰਨੀ ਹੁੰਦੀ ਹੈ, ਸੋ ਅਸੀਂ ਕੈਪੀਟਲ ਅਕਸ਼ਰ ਯੂਜ਼ ਕਰਦੇ ਹਾਂ। ਮੰਨ ਲਓ ਮੈਂ ਇਸ ਮੈਟ੍ਰਿਕਸ ਨੂੰ ਨੇਮ ਕਰਨਾ, ਸੋ ਆਈ ਨੇਮ ਇਟ A ਜਾਂ B ਜਾਂ C D, ਕੋਈ ਵੀ ਨਾਮ ਰੱਖ ਸਕਦੀ ਹਾਂ, ਕੈਪੀਟਲ ਅਕਸ਼ਰ ਅਸੀਂ ਯੂਜ਼ ਕਰੀਦੇ ਆ। ਪਰ ਜਿਹੜੇ ਅਸੀਂ ਐਲੀਮੈਂਟ ਲਿਖੀਦੇ ਆ ਉਹ ਅਸੀਂ ਸਮਾਲ ਅਕਸ਼ਰਾਂ 'ਚ ਲਿਖੀਦੇ ਆ, A11 A12 A21 A22 ਸੋ ਔਨ। ਕਹਿਣ ਦਾ ਮਤਲਬ ਇਹ A11 ਦਾ ਮਤਲਬ ਹੈ ਕਿ ਇਹ ਵਾਲਾ ਐਲੀਮੈਂਟ ਜਿਹੜਾ ਹੈ ਇਹ ਫਰਸਟ ਰੋ ਤੇ ਫਰਸਟ ਕਾਲਮ ਦਾ ਪਹਿਲਾ ਐਲੀਮੈਂਟ, ਫਰਸਟ ਰੋ ਫਰਸਟ ਕਾਲਮ ਪਹਿਲਾ ਐਲੀਮੈਂਟ, ਇਹ ਫਰਸਟ ਰੋ ਸੈਕਿੰਡ ਕਾਲਮ, ਇਹ ਸੈਕਿੰਡ ਰੋ ਫਰਸਟ ਕਾਲਮ, ਇਹ ਸੈਕਿੰਡ ਰੋ ਸੈਕਿੰਡ ਕਾਲਮ। ਸੋ ਪਹਿਲਾ ਅਕਸ਼ਰ ਜਦੋਂ ਅਸੀਂ ਜਰਨਲ ਲਿਖਦੇ ਆ, AIJ ਅਸੀਂ ਜਰਨਲ ਲਿਖ ਦਿੰਦੇ ਆ। I ਮੀਨਸ ਰੋਜ਼, ਅਸੀਂ ਪਹਿਲੇ ਆਪਾਂ ਰੋਜ਼ ਲਿਖਦੇ ਆ, ਫਿਰ ਅਸੀਂ ਕਾਲਮਸ ਲਿਖਦੇ ਆ। ਸੋ ਕੋਈ ਵੀ ਮੈਟ੍ਰਿਕਸ ਲਿਖਣੀ ਹੋਵੇ ਉਹਦੇ ਐਲੀਮੈਂਟਸ ਲਿਖੀਦੇ ਆ, ਸੋ ਅਸੀਂ ਰੋਜ਼ ਤੇ ਕਾਲਮਸ ਦੀ ਫਾਰਮ 'ਚ ਉਹਨਾਂ ਨੂੰ ਲਿਖ ਦਿੰਦੇ ਆ। ਸੋ ਇਸ ਦੇ ਨਾਲ ਹੀ ਅਸੀਂ ਇੱਕ ਨਵਾਂ ਵਰਡ define ਕਰ ਰਹੇ ਹਾਂ, order of matrix। Now what is order of matrix? Order of matrix means कि number of rows by, not multiply the sign, by कहीदा सी ਇਹਨੂੰ। So number of columns। So अगर मेरे को मैट्रिक्स है, मैं ये देखांगी किन्नियां रोज है, 1 2 रोज है। कॉलम किन्ने है? 3 कॉलम है। सो 2 रोज ਤੇ 3 ਕਾਲਮ। ਸੋ ਮੈਟ੍ਰਿਕਸ ਦਾ ਆਰਡਰ ਹੋ ਗਿਆ 2/3। ਸੋ ਅਸੀਂ ਇਹ ਮੈਟ੍ਰਿਕਸ ਦਾ ਆਰਡਰ ਜਿਹੜਾ ਬ੍ਰੈਕਟ ਦੇ ਬਾਹਰ ਥੱਲੇ ਕਰਕੇ ਲਿਖ ਦਈਦਾ, ਆਰਡਰ ਜਿਹੜਾ ਇੱਥੇ ਲਿਖਿਆ ਜਾਂਦਾ। ਸੋ ਇਹ ਪਹਿਲਾ ਅਕਸ਼ਰ ਰੋਜ਼ ਦੱਸਦਾ ਕਿੰਨੀਆਂ ਰੋਜ਼ ਹੈ, ਦੂਸਰਾ ਅਕਸ਼ਰ ਕਿੰਨੇ ਕਾਲਮਸ ਹੈ, ਉਹ ਸਾਨੂੰ ਡਿਸਕ੍ਰਾਈਬ ਕਰਦਾ। ਜਦੋਂ ਆਪਾਂ ਜਰਨਲ ਮੈਟ੍ਰਿਕਸ ਕਰਦੇ ਆ ਤੇ ਫਿਰ ਅਸੀਂ ਜਰਨਲ ਮੈਟ੍ਰਿਕਸ ਨੂੰ ਅਸੀਂ ਲਿਖ ਦਿੰਦੇ ਆ M/N ਰੋਜ਼ ਜਾਂ I × J। M रोज है किसी मैट्रिक्स दियां, N कॉलम्स है, इस तरह I रोज है या J कॉलम्स है। सो ये जर्नल मैट्रिक्स होगी। मान लो मैं जर्नल मैट्रिक्स लिखनी है, सो जर्नल मैट्रिक्स लिखांगी मैं किस तरह, नाम रखता मैं कोई, चलो B रखता नाम। सो ये जर्नल मैट्रिक्स लिखन वास्ते जर्नल मैट्रिक्स का नाम की होया, B रखता मैं। एलिमेंट्स की लिखे मैं A11 A12 A13 A14 सो ऑन A1N। पहली रो पहला कॉलम, पहली रो दूसरा कॉलम, पहली रो तीसरा कॉलम सो ऑन। इस तरह सेकेंड रो फर्स्ट कॉलम 2 2 2 3 2 4 सो ऑन A2N। इस तरह अगर नीचे जाइए तो AM1 AM2 AM3 AM4 सो ऑन AMN। सो ये जर्नल मैट्रिक्स की जी डेफिनेशन होगी। नाम तुम जो मर्जी रख सकते हो, A रखो B रखो, जो मर्जी नाम एदा मैट्रिक्स का रख सकते हो।
ਸੋ ਅਸੀਂ ਐਲੀਮੈਂਟਸ ਜਿਹੜੇ ਦੇਖੇ ਇੱਥੋਂ ਪਤਾ ਲੱਗ ਗਿਆ, ਤੁਹਾਨੂੰ ਮੈਂ ਅੱਗੇ ਵੀ ਦੱਸਦਾ, ਇਹ ਮੰਨ ਲਓ A23 ਐਲੀਮੈਂਟ ਹੈ, ਇਹਦਾ ਮਤਲਬ ਦੂਸਰੀ ਰੋ ਤੇ ਤੀਸਰਾ ਐਲੀਮੈਂਟ, ਦੂਸਰੀ ਰੋ ਤੇ ਤੀਸਰਾ ਐਲੀਮੈਂਟ ਜਿਹੜਾ ਤੀਸਰੇ ਕਾਲਮ ਦਾ ਜਿਹੜਾ ਐਲੀਮੈਂਟ ਹੈ ਉਹ ਹੋ ਗਿਆ A23। ਹੁਣ ਤੁਸੀਂ ਦੱਸਣਾ ਹੈ ਕਿ ਮੰਨ ਲਓ 4 5 3 4 2 1 ਕੋਈ ਹੈ ਮੈਟ੍ਰਿਕਸ ਹੈ, ਇਸ ਮੈਟ੍ਰਿਕਸ 'ਚ A22 ਐਲੀਮੈਂਟ ਕਿੰਨਾ ਹੈ? A22 मतलब सेकंड रो सेकंड कॉलम, आ सेकंड रो आ सेकंड कॉलम, ਇਹਦਾ ਇਹ ਵਾਲਾ ਐਲੀਮੈਂਟ ਕੀ ਹੋ ਗਿਆ 2। ਸੋ ਇਸ ਤਰ੍ਹਾਂ ਕੋਈ ਵੀ ਐਲੀਮੈਂਟ ਜਿਹੜਾ ਹੈ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ। ਹੁਣ ਆਪਾਂ ਮੈਟ੍ਰਿਕਸ ਅਗਰ ਫਾਰਮ ਕਰਨੀ ਹੈ, ਸੋ ਆਪਾਂ ਇੱਕ ਕੁਐਸਚਨ ਕਰਦੇ ਹੈਗੇ ਆ ਕਿ ਕੋਈ ਕੁਐਸਚਨ ਸੋਲਵ ਕਰਦੇ ਆ, ਸਿੰਪਲ ਫਾਰਮ ਅ ਮੈਟ੍ਰਿਕਸ of order 2 by 3 if aij is equal to I plus j। सिंपल मैट्रिक्स लिखी मैं aij, ਇਹਦਾ मतलब 2 by 3 मैट्रिक्स बनानी है। 2 by 3 मैट्रिक्स का मतलब की होया, मेरे कोल किन्नियां रोज है? 2 रोज, A1 आ 2 रोज। किन्ने कॉलम है? 3 कॉलम, 1 2 3, ये 3 कॉलम हो गए। ਇਹਦਾ मतलब मैं ए वाले एलिमेंट्स लिखने हैं 2 3 4 5 6। सो पहला एलिमेंट मेरे को होएगा A11। स्टेटमेंट की है aij इक्वल टू I plus j। A11 कड्डन वास्ते I कितना हो गया? कंपेयर करो, I भी 1 हो गया, J भी 1 हो गया, सो ये बन गया 1 plus 1 दैट इज 2। वेरी सिंपल। सो A12 अगला एलिमेंट करना है, I हो गया 1, J हो गया 2, 1 plus 2 3। A13 so 1 plus 3 that is 4। A21 equal to 2 plus 1 that is 3। A22 that is 2 plus 2 that is 4। A23 that is 2 plus 3 is equal to 5। so required matrix ਤੁਹਾਡੇ ਕੋਲ ਕੀ ਬਣ ਗਈ? ਨਾਮ का रखता कोई भी रिक्वायर्ड मैट्रिक्स ਦਾ ਆਪਾਂ A1 में ਇੱਥੇ ਖਾਨਿਆਂ ਚ ਉਹੀ ਐਲੀਮੈਂਟ ਭਰਤੇ 2 3 4 3 4 5। ਸੋ ਇਹ ਸਾਡੇ ਕੋਲ ਜਿਹੜੀ ਹੈ ਉਹ ਰਿਕੁਆਇਰਡ ਮੈਟ੍ਰਿਕਸ ਬਣ ਗਈ। ਠੀਕ ਹੈ, ਇਹਦੇ ਨਾਲ ਦੀਆਂ ਅਸਾਈਨਮੈਂਟਸ ਬੁੱਕਸ ਹੈਗੀਆਂ, ਤੁਹਾਨੂੰ ਮੈਂ ਅਸਾਈਨਮੈਂਟਸ ਜਿਹੜੀਆਂ ਉਹ ਬਾਅਦ ਚ ਦਿੰਦੀ ਆ। ਇਹਦੇ ਨਾਲ ਦੇ ਕੁਐਸਚਨ ਜਿਹੜੇ ਫਾਰਮ ਕਰਨੇ। ਅੱਗੇ ਸਾਡੇ ਕੋਲ ਆ ਗਿਆ ਟਾਈਪਸ ਆਫ ਮੈਟ੍ਰਿਕਸ। टाइप्स ऑफ मैट्रिक्स, टाइप ऑफ मैट्रिक्स से सब तो पहले आप करते हैं रो मैट्रिक्स। रो मैट्रिक्स का मतलब अगर एक कोई रो है, इफ मैट्रिक्स हैज ओनली वन रो, एक कोई रो है, एक कोई रो का मतलब सिर्फ इन्ना ही है, यानी कि कॉलम जिन्ने मर्जी हो सकते हैं। सो मैट्रिक्स होगी 2 3 5 फॉर एग्जाम्पल ए, यानी कि रो इको ही है पर कॉलम 3 है। सो मैट्रिक्स हो गई 1 by 3। सो ए मेरे को रो इको नहीं चाहिए है, देन इट इज कॉल्ड रो मैट्रिक्स। इस तरह ही अगर कॉलम मैट्रिक्स है, अगर कॉलम एक होवे, कॉलम मैट्रिक्स मतलब इफ मैट्रिक्स हैज ओनली 1 कॉलम, सो इको ही कॉलम है। अगर इको ही कॉलम है तो मतलब इस तरह इको ही कॉलम है, यानी कि मैट्रिक्स की बन गई मेरे को 4 3 2। फॉर एग्जाम्पल ये कॉलम इको ही है पर रोज 3 है, सो 3 रोज इंटू 1, 3 by 1 वाली मैट्रिक्स। अगर ये रोज के कॉलम बराबर हो जाए तो फिर आप कह दें स्क्वेयर मैट्रिक्स। सो स्क्वेयर मैट्रिक्स मीन्स इफ नंबर ऑफ रोज इज इक्वल टू नंबर ऑफ कॉलम्स। सो अगर कॉलम से रो बराबर हो जाए फिर असी कहीदा ये स्क्वेयर मैट्रिक्स है। फॉर एग्जाम्पल यानी कि I इक्वल टू J हो गया। फॉर एग्जाम्पल की हो गया 2 by 2 मैट्रिक्स, 3 by 3 मैट्रिक्स, इवन 1 by 1 मैट्रिक्स। सो यानी कि ये खाली 1 नहीं हो गया मान लो अच्छे, या 2 3 4 5, या 3 3 3 2 1 0 0 1 2, कुछ भी इस तरह का हो गया। सो ये सारियां जड़ियां स्क्वेयर मैट्रिक्स आ गई। नैक्सट आ गई जीरो मैट्रिक्स। हुण नाम ही जिदा जीरो है, सो जीरो और नल मैट्रिक्स। जीरो नाम है जिदा, सो एदा मतलब की होगी सारा कुछ जीरो, एवरीथिंग जीरो, ऑल एलिमेंट्स जीरो। सो ऑल एलिमेंट्स आर जीरो। सो की हो गया 0 0 0 0, या 3 वाली लिखोगे तो 0 0 0 0 0। सो ये सारी होगी तुहाडे कोल नल मैट्रिक्स। फिर उस तो बाद पंजवीं साडे कोल आ गई हॉरिजॉन्टल मैट्रिक्स। आम तौर ते बुक च हॉरिजॉन्टल मैट्रिक्स नहीं मेंशन कीती हुंदी, पर हॉरिजॉन्टल मैट्रिक्स का मतलब कि लेस रोज एंड मोर कॉलम्स। कॉलम ज्यादा, रोज की गिनती घट ते कॉलम की गिनती ज्यादा, यानी कि 2 by 3 मैट्रिक्स या 3 by 4 मैट्रिक्स। फॉर एग्जाम्पल 2 by 3 मैट्रिक्स या 3 by 4 मैट्रिक्स, या इस तरह भी लिख सकते हो कि 2 रोज है, सो तुहाडे कोल होगी 4 5
6 7 8 9 ਇਹ ਮੈਟ੍ਰਿਕਸ, ਯਾਨੀ ਕਿ 2 ਰੋਜ਼ 3 ਕਾਲਮ। ਇਹਨੂੰ ਕਹਿੰਦੇ ਹੌਰੀਜ਼ੌਂਟਲ, मतलब इधर ਨੂੰ ਜਾ ਰਹੀ ਹੈ, ਇਸ ਤਰ੍ਹਾਂ ਜਾ ਰਹੀ ਹੈ, ਇਹ ਹੌਰੀਜ਼ੌਂਟਲ ਮੈਟ੍ਰਿਕਸ ਹੋ ਗਈ। ਨੈਕਸਟ ਸਾਡੇ ਕੋਲ ਆ ਗਈ वर्टिकल मैट्रिक्स। जिस तरह की हॉरिजॉन्टल मैट्रिक्स सीगी ਉਹਦੇ ਚ हॉरिजॉन्टल मैट्रिक्स ਚ ਸੀਗਾ रोज घट सी, सो वर्टिकल मैट्रिक्स ਚ कॉलम्स ਜਿਹੜੇ ਹੈ ਉਹ ਤੁਹਾਡੇ ਕੋਲ ਘੱਟ ਹੋ ਜਾਣਗੇ। सो लेस कॉलम्स और एंड मोर रोज ज्यादा, यानी कि ਉਹ ਇਸ ਤਰ੍ਹਾਂ ਦੀ ਫਾਰਮ ਚ वर्टिकलर ਦੀ ਫਾਰਮ ਚ ਹੋ ਗਈ। सो ਇਹ ਜੀ ਤੁਹਾਡੇ ਕੋਲ रोज ਜਿਹੜੀਆਂ ਜ਼ਿਆਦਾ ਹੈ 3 रोज ਹੈ एंड कॉलम ਕਿੰਨੇ ਹੈ 2, सो 3/2 ਜਿਹੜੇ ਤੁਹਾਡੇ ਕੋਲ ਹੋ ਗਏ। सो इस तरह आप स्क्वायर मैट्रिक्स पहले ही कर चुके हैं। हुण आ गई मेन इंपॉर्टेंट डायगोनल एलिमेंट्स। नाउ व्हाट आर डायगोनल एलिमेंट्स? डायगोनल एलिमेंट्स से जिहदे विच की रोज अते कॉलम दे एलिमेंट्स जिहड़े है वो इक्वल होण, यानी कि I इज इक्वल टू J होवे फॉर AIJ, फॉर ऑल दा साइन है I इज इक्वल टू J। मतलब कहंदा कि डायगोनल एलिमेंट्स ਅਸੀਂ ਕੀ ਲਿਖਣਾ ਹੈ A11 A22 A233 ਇਹ ਜਿਹੜੇ ਸਾਰੇ ਆ ਇਹਨਾਂ ਨੂੰ ਅਸੀਂ ਡਾਇਗੋਨਲ ਐਲੀਮੈਂਟਸ ਕਹਿੰਦੇ ਆ। ਇਹ ਸਾਰੇ ਡਾਇਗੋਨਲ ਐਲੀਮੈਂਟਸ ਹੁੰਦੇ ਆ। ਮੰਨ ਲਓ ਕੋਈ ਮੈਟ੍ਰਿਕਸ ਆ ਸਾਡੇ ਕੋਲ 2 3 4 5 6 7, ਇਹਦੇ ਡਾਇਗੋਨਲ ਐਲੀਮੈਂਟਸ ਦੇਖਨੇ ਆ। ਇਹ ਡਾਇਗੋਨਲ ਐਲੀਮੈਂਟਸ ਉਹ ਸਿੱਧੀ ਲਾਈਨ ਵਾਲੇ ਨਹੀਂ, ਪਰ ਇਹਦੇ ਚ A11 ਐਲੀਮੈਂਟ ਕਿਹੜਾ 2, A22 एलिमेंट केड़ा 5, A11 एलिमेंट है 2, A22 एलिमेंट है 5, so diagonal elements of this matrix are 2 and 5। this matrix केड़े हो गए 2 and 5। सो इस तरह ही असी कोई भी जेड़े है जिदे विच रोज ते कॉलम बराबर होन, जेड़े एलिमेंट दियां रोज ते कॉलम बराबर होन, उन्हां एलिमेंट्स नू असी डायगोनल एलिमेंट्स कहंदे आ। हुण तुसीं फॉर एग्जांपल असी ये लै रहे हां 1 2 3 4 5 6 7 8, ये एक मैट्रिक्स है। ਇਹਦੇ 'ਚ ਆਪਾਂ डायगोनल एलिमेंट्स ਲੱਭਨੇ ਆ। ਫਿਰ ਕਿਹੜੇ ਹੋਣਗੇ, ਕਿਉਂਕਿ ਰੋ ਇਹੀ ਹੈ ਸਾਡੇ ਕੋਲ ਪਹਿਲਾ ਅਕਸ਼ਰ A11 ਦੇਖੋ ਕਿੰਨਾ ਹੈ, ਫਿਰ A22 ਦੇਖੋ ਕਿੰਨਾ ਹੈ। ਸੋ ਫਾਈਂਡ ਆਊਟ ਕਿਹੜੇ ਕਿਹੜੇ ਹੋਣਗੇ ਇਹਦੇ 'ਚ, ਆਪਣੇ ਆਪ ਫਾਈਂਡ ਆਊਟ ਕਰੋਗੇ ਤੁਸੀਂ ਕਿ A11 1 2 ਕਿਹੜੇ ਆ ਤੇ डायगोनल एलिमेंट्स ਕਿਹੜੇ ਆ। ਸੋ ਕਿਸੇ ਵੀ ਮੈਟ੍ਰਿਕਸ ਦੇ डायगोनल एलिमेंट्स ਜਿਹੜੇ ਆ ਅਸੀਂ ਉਹ ਇਸ ਤਰ੍ਹਾਂ ਫਾਈਂਡ ਆਊਟ ਕਰ ਸਕਦੇ ਹਾਂ। ਨਾਓ ਵੀ ਟਾਕ ਅਬਾਊਟ ਦ डायगोनल मैट्रिक्स। नाउ व्हाट इज डायगोनल मैट्रिक्स? डायगोनल मैट्रिक्स पहली गल डायगोनल मैट्रिक्स की कंडीशन की है, पहली इट शुड बी अ स्क्वायर मैट्रिक्स। ये स्क्वायर मैट्रिक्स होनी चाहिए है। सेकंड कंडीशन की है कि ऑल नॉन डायगोनल एलिमेंट्स जेडे है वो 0 होने चाहिए, यानी कि AIJ शुड बी 0 फॉर ऑल I नॉट इक्वल टू J। मतलब जे A11 नहीं है, A12 है थे, I ते J दोनों रोज ते कॉलम बराबर नहीं है, वो सारे एलिमेंट्स 0 होने चाहिए है। यानी कि इन्हें इस तरह भी कह सकते हैं ऑल नॉन डायगोनल एलिमेंट्स, डायगोनल मतलब A11 A122 A233 इन्हां नूं छड्ड के ऑल नॉन डायगोनल एलिमेंट्स आर 0। फिर असी उस मैट्रिक्स नूं असी डायगोनल मैट्रिक्स कहने हैं। सो डायगोनल मैट्रिक्स किस तरह की होगी, फिर ਇਹਦਾ मतलब A11 0 0 0 A22 0 0 0 A33। ਇਹ ਨਾ ਇਹ ਡਾਇਗੋਨਲ ਦੀ ਜਿਹੜੀ ਕੋਈ ਵੀ ਵੈਲਿਊ ਹੋ ਸਕਦੀ ਹੈ 1 2 3 2 3 4 5 6 -1 ਜੋ ਮਰਜ਼ੀ ਵੈਲਿਊ ਲਿਖ ਸਕਦੇ ਹੋ। ਸੋ ਇਹਦੇ 'ਚ ਕੋਈ ਵੀ ਵੈਲਿਊ ਹੋ ਸਕਦੀ ਹੈ। ਇਹਦੇ 'ਚ ਇੱਕ ਕੁਐਸਚਨ ਆਂਦਾ ਇੰਪੋਰਟੈਂਟ ਕਿ ਕੈਨ ਡਾਇਗੋਨਲ ਐਲੀਮੈਂਟ ਵੀ 0, ਕਿ ਡਾਇਗੋਨਲ ਐਲੀਮੈਂਟਸ ਜਿਹੜੇ ਆ 0 ਹੋ ਸਕਦੇ ਆ ਇਸ ਮੈਟ੍ਰਿਕਸ 'ਚ। ਆਬਜੈਕਟਿਵ 'ਚ ਕੁਐਸਚਨ ਆ ਜਾਂਦਾ ਤੇ ਆਨਸਰ ਕੀ ਹੋਏਗਾ ਯੈਸ। जे 0 हो जाएंगे फिर केड़ी मैट्रिक्स बन जाएगी, ये बन जाएगी 0 मैट्रिक्स। सो इस करके डायगोनल एलिमेंट्स A11 A22 A233 ये सारे 0 हो सकते हैं। सो एलिमेंट मैट्रिक्स की फॉर्म चेंज हो जाएगी। सो ये क्वेश्चन इंपॉर्टेंट है, ऑब्जेक्टिव च आ जाता है। सो ये डायगोनल एलिमेंट 0 हो जाए कोई फर्क नहीं पड़ेगा, इट बिकम्स 0 मैट्रिक्स, ये 0 मैट्रिक्स बन जाएगी। नेक्स्ट आ गई साडे कोल स्केलर मैट्रिक्स। स्केलर मैट्रिक्स, हुण स्केलर मैट्रिक्स की है? स्केलर मैट्रिक्स की है कि सारे डायगोनल एलिमेंट्स जिहड़े है वो नॉन जीरो होने चाहिए। ऑल डायगोनल एलिमेंट्स शुड बी नॉन जीरो, जीरो नहीं होने चाहिए।
यानी कि किस तरह की होगी एलिमेंट्स 3 0 0 0 3 0 0 0 3 बराबर भी हो सकते हैं, डिफरेंट भी हो सकते हैं, पर कोई स्केलर होना चाहिए। सो यदि कंडीशन की बन गई, पहले डायगोनल मैट्रिक्स होनी चाहिए है। नंबर 1 कंडीशन होगी डायगोनल मैट्रिक्स। सेकंड कंडीशन होगी कि ए आई जे शुड बी इज इक्वल टू के इंटू आई और इक्वल टू जे। और तीसरी कंडीशन ए आई जे शुड बी 0 फॉर आई नॉट इक्वल टू जे, के फॉर ऑल आई इक्वल टू 0 एंड फॉर ऑल आई नॉट इक्वल टू जे। ये 3 कंडीशन, यानी कि जर्नल अपना याद रखना होवे ते आपां कह दांगे कि डायगोनल एलिमेंट्स जेडे है ऑल डायगोनल एलिमेंट्स 0 नहीं होने चाहिए, नॉन 0 होने चाहिए, आ 0 होने चाहिए। कुछ भी हो जाए, 3 3 जरूरी नहीं, 1 2 3 कुछ भी हो सकता है। सो इहदे नाल ही इंपॉर्टेंट मैट्रिक्स आ गई एक यूनिट और आइडेंटिटी मैट्रिक्स। हुण जिवें कि नाम तो पता है यूनिट, यूनिट का मतलब आइडेंटिटी का मतलब 1। सो मैट्रिक्स की होगी जिदे ऑल डायगोनल एलिमेंट्स 1 होन, ऑल डायगोनल एलिमेंट्स 1 होन, यानी कि किस तरह की 1 0 0 1, जिस तरह की 1 0 0 0 1 0 0 0 1 ये होगी। ਇਹਦਾ ਨਾਮ ਕੀ ਰੱਖਦੇ ਆ ਆਪਾਂ, ਇਹਨਾਂ ਨੂੰ आई ਨਾਲ ਡਿਨੋਟ ਕਰਦੇ ਆ। ਜੇ ਇਹ ਮੈਟ੍ਰਿਕਸ ਕਿੰਨੇ ਦੀ ਹੈ 2/2 ਦੀ, ਇਹ ਮੈਟ੍ਰਿਕਸ ਕਿੰਨੇ ਦੀ ਹੈ 3/3 ਦੀ। ਸੋ ਇਹ ਵਾਲੀ ਮੈਟ੍ਰਿਕਸ ਦਾ ਨਾਮ आई ਵੀ ਹੋ ਸਕਦਾ ਹੈ ਔਰ I2 ਵੀ ਹੋ ਸਕਦਾ ਹੈ, ਦੋਨਾਂ 'ਚ ਕੁਝ ਵੀ ਲਿਖਿਆ ਜਾਂਦਾ ਹੈ। ਇਸ ਟਾਈਮ ਇਹ ਮੈਟ੍ਰਿਕਸ I ਵੀ ਕਹਿ ਦਿੰਦੇ ਆ, ਇਹਨੂੰ I3 ਵੀ ਕਹਿ ਦਿੰਦੇ ਆ। ਇਹਦੇ 'ਚ ਇੱਕ ਇੰਪੋਰਟੈਂਟ ਕੁਐਸਚਨ ਹੈ ट्रेस ऑफ अ मैट्रिक्स। नाउ व्हाट इज ट्रेस ऑफ मैट्रिक्स? सो सम ऑफ ऑल डायगोनल एलिमेंट्स is called, sum of all diagonal elements is called trace, trace of a matrix। यानी कि मान लो कोई भी कहनी कोई भी मेरे को मैट्रिक्स हैगी है 2 3 4 1 0 5 6 2 5, ਇਹਦੇ डायगोनल एलिमेंट्स ਕਿਹੜੇ ਆ ਆ वाले A11 A22 A33। सो A11 A22 A33 ਇਹਨਾਂ ਤਿੰਨਾਂ ਨੂੰ ਪਲੱਸ ਕਰ ਦਾਂਗੇ, 2 + 0 + 5 that is 7। so 7 is called trace, 7 is trace of a matrix। next ਆ ਗਈ ਸਾਡੇ ਕੋਲ upper triangular। ਜਿਵੇਂ ਕਿ ਨਾਮ ਦੱਸਦਾ ਪਿਆ upper triangular मतलब ਉੱਪਰਲੇ ਪਾਸੇ ਇੱਕ ਟ੍ਰਾਇੰਗਲ ਬੰਦੀ ਪਈ ਹੈ। ਸੋ ਅਗਰ ਮੈਂ ਇੱਕ ਮੈਟ੍ਰਿਕਸ ਲਿਖੀ upper triangular ਦਾ ਮਤਲਬ ਕਿ ਡਾਇਗੋਨਲ ਐਲੀਮੈਂਟਸ ਜਿਹੜੇ ਹੈ ਉੱਪਰਲੀ ਸਾਈਡ ਤੇ, ਜਿਸ ਤਰ੍ਹਾਂ ਮੈਟ੍ਰਿਕਸ ਬਣੀ 3 0 0 2 4 0 5 6 0 ਜਾਂ ਕੋਈ ਵੀ 2 ਵੀ ਹੋ ਸਕਦਾ, ਕੋਈ ਐਲੀਮੈਂਟ ਲੈ ਲਓ। ਸੋ ਆ ਸੀਗੀ ਇਸ ਤਰ੍ਹਾਂ ਦੀ ਲਾਈਨ ਮਾਰ ਲਈ, ਜਿਹੜੀ ਲਾਈਨ ਤੋਂ ਬਾਅਦ ਇਹ ਉੱਪਰਲੇ ਪਾਸੇ ਜਿਹੜੀ ਟ੍ਰਾਇੰਗਲ ਬਣ ਰਹੀ ਹੈ 0 0 ਦੀ, ਇਹਨੂੰ ਅਸੀਂ ਕਹਿੰਦੇ ਆ ਅਪਰ ਟ੍ਰਾਇੰਗੂਲਰ मैट्रिक्स। उपरली साइड ट्रायंगल, सो अपर ट्रायंगुलर ते जे नीचे वाले पासे 0 लिख दी, ए वाले एलिमेंट्स 0 हो जाएंगे, तां बन जाएगी लोअर ट्रायंगुलर। यानी कि अगर मैनू इस तरह 1 2 0 0 0 5 2 3, सो अगर मेरी ट्रायंगल इस तरह बन रही है, इधर नूं बन रही है, सो इनू मैं फिर इस तरह कर दांगी कि ये जिहड़ी है लोअर ट्रायंगुलर मैट्रिक्स हो जाएगी। अगला है अलजेब्रा ऑफ मैट्रिक्स। अलजेब्रा ऑफ मैट्रिसेस से ਅਸੀਂ ਸਭ ਤੋਂ ਪਹਿਲੇ ਕਰ ਰਹੇ ਹਾਂ ਐਡੀਸ਼ਨ ਐਂਡ ਸਬਟ੍ਰੈਕਸ਼ਨ। ਸੋ ਐਡੀਸ਼ਨ ਕਿਸ ਤਰ੍ਹਾਂ ਕਰੀਦੀ ਹੈ, ਐਡੀਸ਼ਨ ਐਂਡ ਸਬਟ੍ਰੈਕਸ਼ਨ ਆਫ ਮੈਟ੍ਰਿਕਸ। ਐਡੀਸ਼ਨ ਕਿਸ ਤਰ੍ਹਾਂ ਕਰੀਦੀ ਹੈ, ਦੋ ਮੈਟ੍ਰਿਕਸ ਉਹਨਾਂ ਨੂੰ ਐਡ ਕਿੱਦਾਂ ਕਰਨਾ, ਕੋਰਸਪੋਂਡਿੰਗ ਐਲੀਮੈਂਟਸ ਅਸੀਂ ਐਡ ਕਰ ਦਿੰਦੇ ਆ। ਪਹਿਲਾ ਕੰਮ ਅਸੀਂ ਚੈੱਕ ਕਰਨਾ ਕਿ ਕੀ ਇਹ ਪੋਸੀਬਲ ਹੈ ਕਿ ਦੋਨੋਂ ਮੈਟ੍ਰਿਕਸ ਜਿਹੜੀਆਂ ਉਹ ਐਡ ਹੋ ਸਕਦੀਆਂ ਕਿ ਨਹੀਂ ਹੋ ਸਕਦੀਆਂ। ਅਸੀਂ ਆਰਡਰ ਚੈੱਕ ਕਰਨਾ, ਇਹਨਾਂ ਦਾ ਆਰਡਰ ਸੇਮ ਹੋਣਾ ਚਾਹੀਦਾ। ਆਰਡਰ ਜਿਸ ਤਰ੍ਹਾਂ ਇਹਦਾ ਕਿੰਨਾ 2/3, ਇਹਦਾ ਵੀ ਆਰਡਰ 2/3, ਤੇ ਜਿਹੜਾ ਆਨਸਰ ਆਏਗਾ ਉਹ ਵੀ 2/3 ਹੀ ਮੈਟ੍ਰਿਕਸ ਆਏਗੀ। सो ਅਸੀਂ ਸਿੰਪਲ ਕੰਮ ਕਰਨਾ ਹੈ, 2 ਚ -1 ਐਡ, ਕੋਰਸਪੋਂਡਿੰਗ ਐਲੀਮੈਂਟਸ ਐਡ ਕਰ ਦਿੰਦੇ ਆ। ਸੋ ਇਹ ਬਣ ਗਿਆ 2 - 1 प्लस माइनस हो गई 1 + 2 3 + 0 4 + 5 5 + 6 एंड 6 + 7। सो ਜੇ ਇਹਨਾਂ ਨੂੰ ਐਡ ਕੀਤਾ ਹੈਗਾ 1 3 3 9 11 13। ਸੋ ਇਹ ਆਨਸਰ ਆ ਗਿਆ। ਅਗਰ ਸਬਟ੍ਰੈਕਸ਼ਨ ਕਰਨੀ ਹੈ, मान लो यदि सबट्रैक्शन करनी है, जे कोई माइनस वाला साइन भी आ जाएगा कोई गल नहीं, आप माइनस नू माइनस नाल ऐड कर लांगे। सो आ गया साडे कोल, यदि सबट्रैक्शन करोगे ये भी उस तरह ही 1 माइनस प्लस होगी 1 -3, इस तरह ही 3 - 5 4 -6 5 -0। सो 1 + 3 कितना हो गया 4, 3 - 5 -2 4 + 6 10 एंड 5। सो ये तुहाडे कोल आंसर आ गया। सो इस तरह एडिशन ऑफ सबट्रैक्शन करने वास्ते जिहड़ी कंडीशन है वो ये है कि असी दोनों मैट्रिक्स का ऑर्डर जिहड़ा है वो सेम होना चाहिए। अगे आ गया इक्वालिटी ऑफ मैट्रिक्स। नाउ व्हाट इज इक्वालिटी ऑफ मैट्रिसेस? इक्वालिटी ऑफ मैट्रिसेस मीन्स दो मैट्रिक्स इक्वल कदों होणगियां।
So two matrices will be equal if number one, their order is same or equal. Their order is same, or you can say equal. Second, corresponding elements should be equal. Corresponding elements are equal. So corresponding elements equal है. For example 1 4 3 2 ਇਹ ਤਾਂ ਹੀ equal ਹੋਏਗੀ ਦੂਜੀ ਵੀ 1 4 3 2 ਹੋਵੇ, ਇਹ ਤੇ equal ਹੋਗੀ. ਜੇ ਇੱਥੇ ਹੋਗੀ 1 4 3 minus 2, ਇੱਧਰ ਹੋਗੀ 1 4 3 2. No, these two matrices are not equal. So ਇਹ ਆ ਗਈ matrix equal नहीं है. क्यों नहीं है? इस तरह ਦੀ ਵੀ matrix equal नहीं है. अगर ये बराबर ਇੱਥੇ ਲਿਖ ਦਈਏ 1 3, no, these are not equal. ਇਹ not equal ਹੋ ਗਈ ਸਾਰੀ. ਹੁਣ ਆਪਾਂ ਇੱਕ ਕੁਐਸਚਨ ਕਰਦੇ ਹਾਂ, solve for x. ਆਪਾਂ x ਦੀ ਵੈਲਿਊ ਕੱਢਣੀ ਹੈਗੀ ਹੈ. ਇਹ ਕੁਐਸਚਨ ਹੈ 2x 3 2 4. ਮੰਨ ਲਓ ਸਾਡੇ ਕੋਲ ਆ ਗਿਆ 4 3 2 4. ਅਸੀਂ ਕੀ ਕਰਾਂਗੇ? ਚੈੱਕ ਕਰਾਂਗੇ ਸਾਰੇ ਐਲੀਮੈਂਟਸ ਇਕੁਅਲ ਹੈ, ਪਰ ਇਹ x ਵਾਲਾ ਹੈਗਾ ਐਲੀਮੈਂਟ. ਸੋ ਅਸੀਂ ਕੰਪੇਅਰਿੰਗ ਕਰਾਂਗੇ. ਕੰਪੇਅਰਿੰਗ ਦਾ ਐਲੀਮੈਂਟਸ, ਕੋਰਸਪੋਂਡਿੰਗ ਐਲੀਮੈਂਟਸ ਦਾ ਐਲੀਮੈਂਟਸ. ਸੋ ਕੀ ਹੋ ਗਿਆ? 2x ਕਿਹਦੇ ਬਰਾਬਰ ਹੋ ਗਿਆ? 4 ਦੇ. ਤੇ x ਦੀ ਵੈਲਿਊ ਕਿੰਨੀ ਆ ਗਈ? 2. ਪਰ ਇਹਦੇ ਚ ਕੰਡੀਸ਼ਨ ਕੀ ਹੈ? ਅਸੀਂ ਚੈੱਕ ਕਰਨਾ ਕਿ 3 3 ਹੈਗਾ, 2 2 ਹੈਗਾ, 4 4 ਹੈਗਾ. ਜੇ ਹੋਏਗਾ ਤੇ x ਪੋਸੀਬਲ ਹੋਏਗਾ. ਜਿਸ ਤਰ੍ਹਾਂ ਕਹਿਣ ਦਾ ਮਤਲਬ ਇਹ ਹੈ ਕਿ ਮੰਨ ਲਓ ਇਹ ਕੁਐਸਚਨ ਹੈ 2 2 4 3 1 2. ਹੁਣ ਨਾਓ ਦਿਸ ਟੈਲ ਮੀ ਵੈਦਰ ਦੇ ਆਰ ਇਕੁਅਲ. ਅਸੀਂ ਇਕੁਅਲ ਕਰਦੇ ਪਏ ਹਾਂ ਜੀ. ਚਲੋ ਜੀ ਸੋਲਵ ਕਰਨਾ x. 2x ਹੋ ਗਿਆ 4, x plus 1 ਕਿਹਦੇ ਬਰਾਬਰ ਹੋ ਗਿਆ? x plus 1 ਕਿਹਦੇ ਬਰਾਬਰ ਹੋ ਗਿਆ? 3 ਦੇ. x ਦੀ ਵੈਲਿਊ ਆ ਗਈ 2, x ਦੀ ਵੈਲਿਊ ਆ ਗਈ 2. ਇਹ x ਦੀ ਵੈਲਿਊ ਤੋਂ ਬਰਾਬਰ ਆ ਗਈ, ਪਰ ਅਸੀਂ ਬਾਕੀ ਐਲੀਮੈਂਟ ਚੈੱਕ ਕੀਤੇ. ਇਹ this 2 is not equal to 1. ਇਹ 2 ਤਾਂ ਹੈਗਾ, ਪਰ it means ਕਿ these two matrices are not equal, and so in that case we say x value of x is not possible. Not exist, not possible. ऐसे वैल्यू नहीं ਕੱਢ ਦਵਾਂਗੇ ਆਪਾਂ. ਇਹ ਨਹੀਂ ਵੀ x ਦੀ ਵੈਲਿਊ ਕੱਢਤੀ, ਆਪਾਂ ਸਿਰਫ ਇਹ ਕਵਾਂਗੇ ਕਿ ਵੈਲਿਊ ਆਫ x is not possible. ठीक है. सो लास्ट अगे ਅਸੀਂ ਕਰਨ ਜਾ ਰਹੇ ਹਾਂ मल्टीप्लिकेशन ऑफ मैट्रिक्सेस. फिलहाल स्केलर मल्टीप्लिकेशन कर रहे हैं. स्केलर मल्टीप्लिकेशन मतलब ਕਿਸੇ ਵੀ ਮੈਟ੍ਰਿਕਸ ਦੇ ਜਿਹੜਾ ਬਾਹਰ ਕੋਈ ਅਕਸ਼ਰ ਲੱਗਾ ਹੈ 5 6 7 ਕੋਈ ਵੀ ਡਿਜਿਟ ਬਾਹਰ ਲੱਗਾ ਹੈ ਜਾਂ ਸਕੇਲਰ ਕੋਈ ਲੱਗਾ ਹੈ ਤੇ ਅਸੀਂ ਉਹਨੂੰ ਅੰਦਰ ਉਹਨੇ ਨਾਲ ਮਲਟੀਪਲਾਈ ਕਰ ਦੇਣਾ. 4 ਨੇ ਸਾਰਿਆਂ ਨਾਲ ਮਲਟੀਪਲਾਈ ਹੋ ਜਾਣਾ. 4 2 20, 4 6 24 and 8 32 and 16. ਸੋ ਜਿਹੜਾ ਸਕੇਲਰ ਬਾਹਰ ਲੱਗਾ, ਅਗਰ k ਲੱਗਾ 1 2 3 4 ਸੇ ਇਹ k ਸਾਰਿਆਂ ਨਾਲ ਮਲਟੀਪਲਾਈ ਹੋ ਜਾਏਗਾ. This is called scalar multiplication.